हमारे साथी प्रमोद जी सामने कर दो बड़ा राजस्थान से नहीं सामने कर दो मैं कल कर गए थे। अब ये लाइव शुरू कर रहे हैं हम, थोड़ा सा आपको अपडेट है। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਈਟੀ ਟੈਟ ਪਾਸ ਤੇ ਆਪਣੇ ਜਿਹੜੇ ਰਾਜਸਥਾਨ ਵਾਲੇ ਚੈਨਲ ਤੇ ਲਾਈਵ ਕੀਤਾ ਗਿਆ ਤੇ ਅੱਜ ਦੀ ਸੁਣਵਾਈ ਨੂੰ ਜਿਹੜਾ ਲੈ ਕੇ ਅਹਿਮ ਮੁੱਦਿਆਂ ਤੇ ਲਾਈਵ ਹੋਇਆਂਗੇ। ਸਾਡੇ ਪੰਜਾਬ ਦੇ ਦੀਪਕ ਪ੍ਰਧਾਨ ਜਿਹੜੇ ਪ੍ਰੈਜ਼ੀਡੈਂਟ ਜੀ ਨੇਗੇ ਤੇ ਉਸ ਤੋਂ ਬਾਅਦ ਆਪਣੇ ਮੁਕੇਸ਼ ਰੋਇਲ ਜੀ ਤੇ ਹਿਮਾਚਲ ਵਾਲੇ ਸਾਥੀ ਸਾਰੇ ਜਿਹੜਾਗਾ ਹਰ ਇੱਕ ਟੌਪਿਕ ਦੇ ਉੱਤੇ ਵਿਸਥਾਰ ਸਹਿਤ ਜਿਹੜਾਗਾ ਗੱਲਬਾਤ ਰੱਖਾਂਗੇ। ਤੇ ਇਸ ਤੋਂ ਬਾਅਦ ਜਿਹੜੇ ਆਪਣੇ ਦੀਪਕ ਪ੍ਰਧਾਨ ਜੀ ਜਿਹੜਾਗਾ ਉਹ ਸਾਹਮਣੇ ਆਉਣਗੇ। ਤੁਸੀਂ ਆਪਦਾ ਕੋਈ ਵੀ ਕੁਐਸਚਨ ਆ ਜਿਹੜਾ ਲਾਈਵ ਚੈਟ ਤੇ ਕਰ ਸਕਦੇ ਹੋ ਤੇ ਉਸ ਤੇ ਜਿਹੜਾ ਹਰ ਤਰ੍ਹਾਂ ਦੇ ਜਿਹੜਾ ਜਵਾਬ ਆ ਉਹ ਦਿੱਤੇ ਜਾਣਗੇ। ਤੇ ਇਸ ਤੋਂ ਬਾਅਦ ਆਪਣੇ ਦੀਪਕ ਕੰਬੋਜ ਜੀ। ਸਤਿਕਾਰਯੋਗ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਅੱਜ ਨੈਸ਼ਨਲ ਲੈਵਲ ਤੇ ਜਿਹੜੀ ਹੈ ਸਟੇਟ ਕਮੇਟੀ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਜਿਹੜੀ ਹੈ ਜੁੜੇ ਆ। ਨੈਸ਼ਨਲ ਲੈਵਲ ਦੀ ਸਾਰੀ ਟੀਮ ਜਿਹੜੀ ਹੈ ਉਹ ਖੜੀ ਹੈ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ। ਸੋ ਅੱਜ ਤੁਹਾਨੂੰ ਪਤਾ ਹੀ ਹੈ ਸਾਰੇ ਸਾਥੀਆਂ ਨੂੰ ਕਿ ਸੁਣਵਾਈ ਸੀਗੀ ਆਪਣੀ ਸੁਪਰੀਮ ਕੋਰਟ ਦੇ ਵਿੱਚ, ਜੋ BSTC ਦੇ ਮਸਲੇ ਦੇ ਵਿੱਚ ਜੋ ਰਾਜਸਥਾਨ ਕੋਰਟ ਦੇ ਵਿੱਚ ਆਪਣੇ ਹੱਕ ਦੇ ਵਿੱਚ ਫੈਸਲਾ ਆਇਆ ਸੀਗਾ, ਉਸ ਬਾਬਤ ਜਿਹੜੀ ਹੈ ਅੱਜ ਵੀ ਹੀਅਰਿੰਗ ਸੀਗੀ। ਤੁਹਾਨੂੰ ਪਤਾ ਹੀ ਸਾਥੀਓ ਚੱਲ ਚੁੱਕਿਆ ਹੈ ਕਿ ਅਗਲੀ ਜਿਹੜੀ ਤਰੀਕ ਹੈ 19 ਜੁਲਾਈ ਦੀ ਜਿਹੜੀ ਹੈ ਉਹ ਸਾਰੇ ਪੈ ਚੁੱਕੀ ਹੈ। ਸੋ ਸਾਥੀਓ, ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਸਾਥੀ ਹੈਗੇ ਆ, ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਅੱਜ ਅਸੀਂ ਹੀਅਰਿੰਗ ਦੇ ਲਈ ਇੱਥੇ ਪਹੁੰਚੇ ਸੀਗੇ। 5 ਸਾਥੀ, ਜਿੰਦੇ ਵਿੱਚ ਮਨੀ ਸੰਗਰੂਰ ਹੈ, ਸੁਮਿਤ ਜੀ ਹੈਗੇ ਆ ਜਲਾਲਾਬਾਦ ਤੋਂ, ਨਾਲ ਸ਼ਲਿੰਦਰ ਜੀ ਹੈਗੇ ਆ, ਜੱਗਾ ਮਾਨਸੇ ਤੋਂ ਹੈ। ਸੋ ਅਸੀਂ ਪੰਜਾਬ ਦੇ ਵਿੱਚੋਂ ਸਾਥੀ ਪਹੁੰਚੇ ਸੀਗੇ। ਸੋ ਸਾਥੀਓ, ਮੈਂ ਦੱਸ ਦੇਵਾਂ ਕਿ ਕੁਝ ਸਾਥੀ ਆਪਣੇ ਕਹਿ ਰਹੇ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਹੈ ਉਹ ਸੁਣਵਾਈ ਜਿਹੜੀ ਹੋਈ ਹੈ, ਡੇਟ ਅੱਗੇ ਪੈ ਗਈ 1.5-2 ਮਹੀਨੇ ਦੀ। ਤਾਂ ਇਸ ਦੇ ਵਿੱਚ ਆਪਾਂ ਨੂੰ ਸਟੇਟ ਦੇ ਵਿੱਚ ਜਿਹੜਾ ਹਾਈ ਕੋਰਟ ਦੇ ਵਿੱਚ ਜਿਹੜਾ ਸਟੇ ਲੱਗਿਆ ਹੋਇਆ ਹੈ ਉਸ ਤੇ ਆਪਾਂ ਨੂੰ ਜਿਹੜਾ ਉਹ ਖਤਰਾ ਹੈ। ਤਾਂ ਆਪਾਂ ਨੂੰ ਜਿਹੜੇ ਹੈ ਆਫਰ ਲੈਟਰ ਜਿਹੜੇ ਉਹ ਨਹੀਂ ਮਿਲ ਸਕਦੇ, ਸਟੇ ਬ੍ਰੇਕ ਨਹੀਂ ਹੋ ਸਕਦਾ। ਤਾਂ ਮੈਂ ਇੱਥੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਸੁਪਰੀਮ ਕੋਰਟ ਉੱਚ ਅਦਾਲਤਾਂ ਦੇ ਵਿੱਚ ਜਦੋਂ ਸਟੇ ਨਹੀਂ ਹੁੰਦਾ ਤਾਂ ਨਿਚਲੀਆਂ ਅਦਾਲਤਾਂ ਦੇ ਵਿੱਚ ਕਦੇ ਵੀ ਸਟੇ ਜਿਹੜਾ ਉਹ ਬ੍ਰੇਕ ਨਹੀਂ ਰਹਿ ਸਕਦਾ। ਸੋ ਇਸ ਲਈ ਸਾਥੀਓ ਹਿੰਮਤ ਰੱਖੋ। ਆਪਣਾ ਜਿਹੜਾ 2 ਮਈ ਦੀ ਜਿਹੜੀ ਹੈ ਆਪਣੀ ਡੇਟ ਹੈਗੀ ਹੈ ਹਾਈ ਕੋਰਟ ਦੇ ਵਿੱਚ, ਸਟੇ ਜਿਹੜਾ ਉਹ ਬ੍ਰੇਕ ਜ਼ਰੂਰ ਹੋਊਗਾ, ਆਫਰ ਲੈਟਰ ਵੀ ਮਿਲਣਗੇ, ਆਪਣੀ ਜਿੱਤ ਜਿਹੜੀ ਉਹ ਯਕੀਨੀ ਹੋਊਗੀ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਆਪਣੀ ਜੋ ਲੜਾਈ ਹੈ BEd ETT ਵੈਸ ਜਿਹੜੀ ਉਹ ਚੱਲ ਰਹੀ ਹੈ, BEd ਨੂੰ ETT ਦੇ ਵਿੱਚੋਂ ਬਾਹਰ ਕਰਾਉਣਾ, BST ਦੇ ਵਿੱਚੋਂ ਬਾਹਰ ਕਰਾਉਣਾ, ਓਨਲੀ ETT ਦੇ ਹੱਕ ਦੇ ਲਈ ਜਿਹੜੀ ਉਹ ਲੜਾਈ ਲੜ ਰਹੇ ਹਾਂ ਆਪਾਂ। ਅਤੇ BEd ਨੂੰ ਇੱਕ ਵੀ ਪੋਸਟ ਜਿਹੜੀ ਹੈ ਉਹ ਆਪਾਂ BSTC ਤੇ ETT ਦੀ ਪੋਸਟ ਤੇ ਜਿਹੜਾ ਉਹ ਲੱਗਣ ਨਹੀਂ ਦਿੱਤਾ ਜਾਵੇਗਾ। ਸੋ ਸਾਥੀਓ, ਹਿੰਮਤ ਬਣਾ ਕੇ ਰੱਖੋ। 2 ਮਈ ਨੂੰ ਆਪਣੀ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਹੀਅਰਿੰਗ ਹੈ, ਹਰ ਹਾਲਤ ਵਿੱਚ ਜਿਹੜੀ ਉਹ ਆਪਣੀ ਜਿੱਤ ਹੋਊਗੀ। ਇਹ ਨਾ ਸਮਝੋ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਉਹ ਤਰੀਕ ਆਪਣੀ ਜਿਹੜੀ ਹੈ ਲੰਬੀ ਪੈ ਗਈ ਹੈ। ਕੋਈ ਇਸ ਤਰ੍ਹਾਂ ਦਾ ਨਹੀਂਗਾ, ਕਿਉਂਕਿ BEd ਵੱਲੋਂ ਜਿਹੜਾ ਐਡਵੋਕੇਟ ਕਰਿਆ ਹੋਇਆ ਸੀਗਾ ਉਹਨਾਂ ਦੇ ਕੁਝ ਜਿਹੜੀ ਆ ਉਹ ਕਰੇਗੀ ਕਿ BSTC ਦੇ ਉੱਪਰ ਜਿਹੜਾ ਮਸਲਾ ਹੈ ਜੋ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਉਸ ਦੇ ਉੱਪਰ ਜਿਹੜਾ ਹੈ ਉਹ ਸਟੇ ਉਹਨਾਂ ਨੇ ਮੰਗਿਆ ਸੀਗਾ, ਪਰੰਤੂ ਜੱਜ ਸਾਹਿਬ ਵੱਲੋਂ ਕੋਈ ਵੀ ਸਟੇ ਜਿਹੜਾ ਹੈ ਉਹਨਾਂ ਨੂੰ ਨਹੀਂ ਦਿੱਤਾ ਗਿਆ। ਸੋ ਇਸ ਦੇ ਵਿੱਚ ਬਹੁਤ ਸਾਰੀ ਜਿਹੜੀ ਹੈ ਉਹ ਆਪਾਂ ਨੂੰ ਹੈਲਪ ਮਿਲੂਗੀ। ਸਟੇ ਜਿਹੜਾ ਆਪਣਾ ਪੰਜਾਬ ਦੇ ਵਿੱਚ ਲੱਗਿਆ ਹੈ ਉਸ ਬ੍ਰੇਕ ਹੋਊਗਾ ਤੇ ਆਪਣੀਆਂ ਭਰਤੀ ਜਿਹੜੀ ਹੈ ਉਹ ETT ਨੂੰ ਜਿਹੜੀ ਹੈ ਪੋਸਟਾਂ ਮਿਲਣਗੀਆਂ। ਸੋ ਇਸ ਤੋਂ ਬਾਅਦ ਆਪਣੇ ਰਾਜਸਥਾਨ ਤੋਂ ਮੁਕੇਸ਼ ਰੋਇਲ ਜੀ ਜਿਹੜੇ ਹੈ, ਖਾਸ ਕਰਕੇ ਜਿਹੜੇ BST ਦੇ ਜਿਹੜੇ ਆਗੂ ਜਿਹੜੇ ਉਹ ਲੜ ਰਹੇ ਨੇ, ਓਨਲੀ ਜਿਹੜੇ ETT ਦਾ BST ਦਾ ਸਾਰੇ ਮਸਲਿਆਂ ਤੇ ਜਿਹੜਾ ਉਹ ਲੜ ਰਹੇ ਨੇ। ਤਾਂ ਉਹ ਸਾਰੇ ਇੰਡੀਆ ਦੇ ਵਿੱਚ ਜਿਹੜਾ ਹੈ ਉਹੀ ਮਸਲਾ ਜਿਹੜਾ ਲਾਗੂ ਹੋਊਗਾ। ਬਹੁਤ ਜ਼ਿਆਦਾ ਮਿਹਨਤ ਕਰੀ ਹੈ ਸਾਡੇ ਸਾਥੀਆਂ ਨੇ, ਰਾਜਸਥਾਨ ਵਾਲਿਆਂ ਨੇ, ਉਹ ਤੁਹਾਡੇ ਅੱਗੇ ਆਪਣੇ ਜਿਹੜੇ ਆ ਉਹ ਵਿਚਾਰ ਰੱਖਣਗੇ। ਸੋ ਸਾਰੇ ਸਾਥੀਆਂ ਨੇ ਧਿਆਨ ਦੇ ਨਾਲ ਸੁਣਨਾ ਹੈ, ਹਰੇਕ ਸਵਾਲ ਦਾ ਤੁਹਾਨੂੰ ਜਵਾਬ ਵੀ ਜਿਹੜਾ ਹੈ ਉਹ ਦਿੱਤਾ ਜਾਊਗਾ। ਧੰਨਵਾਦ ਸਰ। नमस्कार साथियों, और पंजाब के साथियों से नमस्कार। मैं पंजाब के साथियों से पहले रिक्वेस्ट करना चाहता हूं क्योंकि सबसे ज़्यादा आज पीड़ा में पंजाब के साथी हैं। आज राजस्थान में बहुत खुशी की लहर है उन साथियों के बीच में जिनको आज नौकरी मिल रही है, इस गजट नोटिफिकेशन के QS होने की वजह से मिल रही है। तो इसके बीच ਚਲੋ रोक दो म्यूट कर देना, म्यूट कर नंबर लिंक जस्ट 2 मिनट के लिए म्यूट कर रहे हैं, थोड़ा वेट कीजिए। म्यूट कर दो।
आपके नेगेटिव कुछ भी नहीं हुआ है, क्योंकि आज बीएड की तरफ से पीएस पटवारी सीनियर एडवोकेट साहब ने बार बार हम्बल रिक्वेस्ट की कोर्ट से कि सर रिक्रूटमेंट पूरे हो जाएंगे, इसमें सर आप स्टे कर दीजिए जजमेंट को। और एमएचआरडी की तरफ से एडिशनल सोलिसिटर जनरल जो एस.के. पाटिल जी, उन्होंने भी हम्बल रिक्वेस्ट किया कि आप स्टे कर दीजिए जजमेंट को। और तो उन्होंने साफ मना कर दिया कि हमने इस पर बहस कर चुके हैं, स्टे तो नहीं करेंगे, हम इस पर फाइनल फैसला करना है तो आप नई एसएलपी लगाए तो मैटर को टेक करते हुए हम करेंगे। तो साथियों, हमने आज एक थोड़ा सा ये भी हमने पहले सुबह तक हमारे भी कपिल सिब्बल हम कर रखा था, हमने मीनाक्षी मैम को भी कर रखा था। आज सुबह जैसे ही कोर्ट में हम आए, उपस्थित हुए और कोर्ट नंबर 9 के बाहर खड़े थे, तो हमने वहाँ से इनपुट मिला कि आज कुछ नहीं होने वाला है, केवल मैटर टेक होगा तो नेक्स्ट डेट मिलेगी। तो जैसे ही हमें इस मामले में पूरी तरह से, क्योंकि जो स्टे पर बहस हो चुकी है, तो हमारे एडवोकेट विज्ञान साहब जी से हमने चर्चा की। उन्होंने कहा कि ज़रूरत नहीं है, आप कहो तो मैं 5 मिनट के लिए आपके 12 लाख रुपए लगेंगे। तो हमने इसको अपने पैसों को बचाते हुए, सेव करते हुए चल रहे हैं। पीछे भी एक सुनवाई में हमने सेव किया, इस बार भी हमने सेव किया कि इस मामले में हम पैसा खर्च नहीं करके, बेवजह का पैसा नहीं खर्च करके बचाया। उनकी तरफ से पीएस पटवारी उतरे थे, उनके पैसे लगे। तो साथियों, अपने एक तो ये सबसे बड़ी बात ये है कि आज अपने 1-2 सुनवाई अपन करवा सकें, इसके लिए अपने पास थोड़ा कुछ पेमेंट बाकी है और लगभग पूरा पेमेंट है। 2-3 लाख रुपए कम हो सकते हैं और तो पेमेंट है अपने पास। और अपनी तरफ से सीनियर एडवोकेट मीनाक्षी अरोड़ा ने पैरवी की थी साथियों। और पंजाब के साथियों से मैं कहना चाहता हूँ, आपको 2 मई को 100% आपको मेरा मानना है कि आपको स्टे आपका टूट जाएगा और आपके रिक्रूटमेंट प्रोसेस शुरू, आपकी ज्वाइनिंग हो सकती है। इसके लिए हम भी ये भी काफ़ी चिंतित हैं और यहाँ भी हमने चर्चा की है और जल्दी इस मामले में आप पर यहाँ हमने दोबारा चर्चा करके इस मामले में आपको 2 मई को अच्छा रिजल्ट देने की कोशिश मैं भी इस मामले में इनसे चर्चा करके हमने इस पर निर्णय लिया है कि जो हम एक प्रोटोकॉल के तहत रखते हुए, हमने इस गोपनीयता को रखते हुए हम 2 मई को अच्छा आपके पंजाब हाईकोर्ट से निजात दिला सकते हैं, कोशिश करेंगे। और हिमाचल प्रदेश के कुछ साथी जुड़े हुए हैं, उनसे भी मैं कहना चाहूँगा कि वो अपनी सरकार से मांग करें, क्योंकि वहाँ स्टे है, जजमेंट पर स्टे है। इसका मतलब ये है कि वो जजमेंट आज के दिन में नहीं है और वो जजमेंट पूर्व स्थिति के अनुसार उनका मतलब रिक्रूटमेंट हो सकता है। तो अपना प्रोटेस्ट करके, कैसे भी करके सरकार से मांग करके वो लोग बीएड को बाहर करवा के अपनी भर्ती पूरी करवा सकते हैं। तो वो साथी भी अपनी भर्ती पूरी करवाने की कोशिश करें। और जब इतने स्टेट्स में जिस प्रकार से भर्ती होने का प्रयास होगा तो अपने एक पॉजिटिव होगा कोर्ट के अंदर भी, और अच्छा ही आज रहा है। तो साथियों, आप सभी की जो हिमाचल प्रदेश के साथियों का सहयोग रहा, पंजाब के साथियों का काफ़ी सहयोग रहा, राजस्थान के साथियों का सहयोग तो रहा ही रहा, जिसकी वजह से आप बार बार हम सीनियर एडवोकेट कर पा रहे हैं। तो साथियों, आप सभी लोगों के सहयोग की वजह से आप सीनियर एडवोकेट हुए और इस तरह से हमने किया, तो मैं आप सभी साथियों को धन्यवाद देना चाहता हूँ। और इस मामले में अब अगली सुनवाई 19 जुलाई को होगी और 19 जुलाई को 9 मतलब हो सकता है फाइनल फैसला हो जाए, नहीं तो एक डेट और हो सकती है। 2 डेट में फाइनल फैसला हो जाएगा। तो साथियों, आप लोग इस मामले में जुड़े रहें और राजस्थान के जो साथी लगे हैं वो इस चीज़ को भूले नहीं कि अपन किस वजह से इस इंसिडेंट। हाँ जी, बहुत ਸਤਿਕਾਰਯੋਗ ਈਟੀਟੀ ਡੈਟ ਪਾਸ ਬੇਰੁਜ਼ਗਾਰ ਅਧਿਆਪਕ ਸਾਥੀ ਤੁਹਾਡੇ ਮੂਹਰੇ ਲਾਈਵ ਹੋਏ ਆ। ਤਾਂ ਇਸ ਤੋਂ ਪਹਿਲਾਂ ਤੁਸੀਂ ਆਪਣੇ ਸਾਥੀਆਂ ਨੂੰ ਸੁਣਿਆ ਹੋਊਗਾ, ਮੁਕੇਸ਼ ਰੋਇਲ ਜੀ ਨੂੰ, ਦੀਪਕ ਕੰਬੋਜ ਜੀ ਨੂੰ ਹਿਮਾਚਲ ਤੋਂ, ਆਪਣੇ ਘਨਸ਼ਾਮ ਜੀ ਔਰ ਰੋਹਿਤ ਜੀ ਮੇਰੇ ਨਾਲ, ਆਪਣੇ ਮਨੀ ਸੰਗਰੂਰ ਮਾਨਸਾ ਤੋਂ ਜੱਗਾ ਵੀਰ ਔਰ ਸੁਮਿਤ ਔਰ ਬਿਹਾਰ ਵਾਲੇ ਸਾਥੀ ਵੀ ਜਿਹੜੇ ਹੈਗੇ ਆਪਣੇ ਆਏ ਹੋਏ ਸੀਗੇ। ਤਾਂ ਓਵਰਆਲ ਸਾਰੀ ਜਿਹੜੀ ਹੈ ਉਹ ਬਰੀਕੀ ਦੇ ਵਿੱਚ ਜਿਹੜਾ ਤੁਹਾਨੂੰ ਅੱਜ ਗੱਲ ਪਤਾ ਚੱਲ ਗਈ ਹੋਊਗੀ ਕਿ ਕਿਸ ਤਰੀਕੇ ਦੇ ਨਾਲ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਹੈਗਾ ਉਹ ਬੀਐਡ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਮੈਟਰ ਨੂੰ ਲਮਕਾਉਣ ਦੀ। ਤਾਂ ਉਹ ਆਪਾਂ ਦੇਖ ਸਕਦੇ ਹਾਂ ਕਿ MHRD ਦੁਆਰਾ ਜਦੋਂ SLP ਜਿਹੜੀ ਹੈਗੀ ਆ ਬੜੀ ਲੇਟ ਜਾ ਕੇ ਲਗਾਈ ਜਾਂਦੀ ਹੈਗੀ ਹੈ, ਤਾਂ ਕਿਤੇ ਨਾ ਕਿਤੇ ਉਹ ਇਸ ਨੂੰ ਲੰਮਾ ਖਿੱਚਣ ਦੀ ਇੱਕ ਚਾਲ ਸੀ। ਔਰ ਉਹ ਇਸ ਚਾਲ ਦੇ ਵਿੱਚ ਅੱਜ ਫਿਰ ਇੱਕ ਵਾਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਕਾਮਯਾਬ ਹੋਏ ਕਿ ਉਹ ਜਿਹੜੀ ਤਰੀਕ ਜਿਹੜੀ ਹੈਗੀ ਆ ਉਹ ਹੋਲੀਡੇਜ਼ ਜਿਹੜੀਆਂ ਆ ਰਹੀਆਂ ਹੈਗੀਆਂ, ਆਪਣੇ ਗਰਮੀ ਦੀ ਜਿਹੜੀ ਛੁੱਟੀਆਂ ਆ ਰਹੀਆਂ ਹੈਗੀਆਂ, ਉਦੋਂ ਬਾਅਦ ਦੀ ਉਹ ਤਰੀਕ ਲੈਣ ਦੇ ਵਿੱਚ ਅੱਜ ਕਾਮਯਾਬ ਹੋਏ। ਲੇਕਿਨ ਉਹਨਾਂ ਦੀ ਸਭ ਤੋਂ ਵੱਡੀ ਨਾਕਾਮਯਾਬੀ ਕੀ ਹੈਗੀ ਸੀਗੀ? ਨਾਕਾਮਯਾਬੀ ਇਹ ਰਹੀ ਕਿ ਉਹਨਾਂ ਨੂੰ ਉਹਨਾਂ ਦੇ ਜਿਹੜੇ ਸੀਨੀਅਰ ਵਕੀਲ ਪਟਵਾਰੀਆ ਸਾਹਿਬ ਹੈਗੇ ਸੀਗੇ, ਵਾਰ-ਵਾਰ ਉਹਨਾਂ ਤੋਂ 3 ਵਾਰ ਜਿਹੜੀਆਂ ਉਹ ਹਾਈ ਕੋਰਟ ਦੀਆਂ ਜੱਜਮੈਂਟ ਔਰ ਫਾਈਲਸ ਖੋਲ੍ਹ ਕੇ ਜਿਹੜਾ ਸਟੇ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ, ਤਾਂ ਉਹਦੇ ਵਿੱਚ ਜਿਹੜਾ ਉਹਨਾਂ ਨੂੰ ਨਾਕਾਮਯਾਬੀ ਮਿਲੀ। ਤਾਂ ਕਹਿਣ ਦਾ ਭਾਵ ਇਹ ਹੈ ਕਿ ਰਾਜਸਥਾਨ ਜੋਧਪੁਰ ਹਾਈ ਕੋਰਟ ਡਬਲ ਬੈਂਚ ਦਾ ਜਿਹੜਾ ਡਿਸੀਜ਼ਨ ਜਿਹੜਾ ਹੈਗਾ ਉਹ ਜਿਉਂ ਦਾ ਤਿਉਂ ਨਰੋਲ ETT ਜਿਹੜਾ ਹੈ
ਉਹ ਲਾਗੂ ਰਹੇਗਾ ਔਰ ਇਹੀ ਡਿਸੀਜਨ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਦੂਸਰੀਆਂ ਜਿਹੜੀਆਂ ਸਟੇਟਾਂ ਹੈਗੀਆਂ, ਚਾਹੇ ਹਿਮਾਚਲ ਹੈ, ਚਾਹੇ ਪੰਜਾਬ ਹੈ, ਜਿੰਨੀਆਂ ਵੀ ਹੋਰ ਸਟੇਟਸ ਹੈਗੀਆਂ, ਉਹਨਾਂ ਦੇ ਵਿੱਚ ਇਹ ਡਿਸੀਜਨ ਜਿਹੜਾ ਹੈ ਤੁਹਾਨੂੰ ਲਾਗੂ ਹੁੰਦਾ ਹੋਇਆ ਜਿਹੜਾ ਉਹ ਦਿਖਾਈ ਦੇਊਗਾ। ਕਿਉਂਕਿ ਕਿੰਨੀ ਕੁ ਦੇਰ ਤੱਕ ਜਿਹੜਾ ਹੈਗਾ ਉਹ ਗਲਤ ਤਰੀਕੇ ਦੇ ਨਾਲ ਕੋਰਟ ਦੇ ਵਿੱਚ ਜਿਹੜਾ ਹੈਗਾ ਉਹ ਤੱਤ ਪੇਸ਼ ਕਰਕੇ ਅੱਗੇ ਤੋਂ ਅੱਗੇ ਜਿਹੜੀ ਤਰੀਕ ਲੈਣ ਵਾਲੀ ਜਿਹੜੀ ਇਹ ਇਹਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ, ਤਾਂ ਉਹਦੇ ਵਿੱਚ ਕੋਈ ਬਹੁਤੀ ਦੇਰ ਜਿਹੜਾ ਇਹਨਾਂ ਨੂੰ ਕਾਮਯਾਬੀ ਮਿਲਣੇ ਵਾਲੀ ਨਹੀਂ ਹੈਗੀ। ਸੋ ਸਾਥੀਓ, ਵਿਸ਼ਵਾਸ ਜਿਹੜਾ ਉਹ ਬਣਾ ਕੇ ਰੱਖੋ। ਸਬਰ ਮੈਂ ਮੰਨਦਾ ਗਾ ਕਿ ਅੱਜ ਦੇ ਇਸ ਸਮੇਂ ਦੇ ਵਿੱਚ ਬਹੁਤ ਔਖਾ ਹੁੰਦਾ ਹੈਗਾ, ਲੇਕਿਨ ਦੇਖੋ ਹਜ਼ਾਰਾਂ ਵਾਰ ਹਰ ਰੋਜ਼ ਅੱਜ ਵੀ ਸਾਥੀ ਬੋਲ ਰਹੇ ਹੈਗੇ ਸੀਗੇ ਕਿ ਦੀਪਕ ਕੰਬੋਜ ਜਿਹੜਾ ਹੈਗਾ ਉਹ ਅਸਤੀਫਾ ਦੇ ਦੇ, ਸਟੇਟ ਕਮੇਟੀ ਜਿਹੜੀ ਹੈਗੀ ਆ ਉਹ ਅਸਤੀਫਾ ਦੇ ਦੇ। ਬਈ ਸਾਰੀ ਸਟੇਟ ਕਮੇਟੀ ਅਸਤੀਫਾ ਦੇਣ ਨੂੰ ਤਿਆਰ ਹੈ, ਤੁਸੀਂ ਆਪਣੇ ਨਾਮ ਤਾਂ ਮੈਂਸ਼ਨ ਕਰੋ ਕਿ ਅਸੀਂ ਫਲਾਣੇ ਪਰਸਨਸ ਜਿਹੜੇ ਹੈਗੇ ਆ ਉਹ ਮੂਹਰੇ ਆ ਕੇ ਜਿਹੜਾ ਉਹ ਅਸੀਂ ਪੈਰਵਾਈ ਕਰਨ ਨੂੰ ਤਿਆਰ ਖੜੇ ਹੈਗੇ ਆ। ਤੁਹਾਨੂੰ ਇੱਕ ਵਾਰ ਤੁਸੀਂ ਆਓ ਤਾਂ ਸਹੀ ਨਾ ਮੂਹਰੇ, ਪਤਾ ਚੱਲੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ, ਜਿਸ ਤਰੀਕੇ ਰਾਤ ਨੂੰ ਚੱਲਣਾ ਪੈਂਦਾ, ਸਾਰੀ ਰਾਤ ਸਫ਼ਰ ਕਰਕੇ ਕਦੇ ਚੰਡੀਗੜ੍ਹ ਪਹੁੰਚਿਆ ਜਾਂਦਾ, ਕਦੇ ਦਿੱਲੀ ਪਹੁੰਚਿਆ ਜਾਂਦਾ ਹੈਗਾ। 100 ਤਰ੍ਹਾਂ ਦੀ ਪਲੈਨਿੰਗ ਜਿਹੜੀ ਆ ਕਰਨੀ ਪੈਂਦੀ ਹੈ ਔਰ ਮੈਟਰ ਕਿੰਨਾ ਕਰੂਸ਼ੀਅਲ ਹੈਗਾ ਤੁਸੀਂ ਖੁਦ ਸਮਝ ਸਕਦੇ